ਹੈਲੋ ਐਂਡ ਸਤਿ ਸ੍ਰੀ ਅਕਾਲ ਟੂ एवरीवन। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੈ, ਤੁਹਾਡਾ ਆਪਣਾ ਚੈਨਲ ਸਕਸੈਸਟਰੀ ਪੰਜਾਬ ਤੁਹਾਡੇ ਨਾਲ ਬਹੁਤ ਸਾਰੀਆਂ ਸ਼ਖਸੀਅਤਾਂ ਨਾਲ ਤੁਹਾਡਾ ਇੰਟਰਵਿਊ ਹੈ ਸ਼ੇਅਰ ਕਰਦਾ ਹੈ, ਜੋ ਜਿਨ੍ਹਾਂ ਨੇ ਆਪਣੀ ਲਾਈਫ ਦੇ ਵਿੱਚ ਬਹੁਤ ਮਿਹਨਤ ਕਰਕੇ ਹੈ ਜੋ ਇੱਕ ਮੁਕਾਮ ਹਾਸਲ ਕੀਤਾ ਹੈ। ਜਿਸ ਸੀਰੀਜ਼ ਦੇ ਵਿੱਚ ਅੱਜ ਅਸੀਂ 2018 ਦੇ ਵਿੱਚ ਐਕਸਾਈਜ਼ ਇੰਸਪੈਕਟਰ ਦਾ ਐਗਜ਼ਾਮ ਕਲੀਅਰ ਕਰਕੇ ਜੋ ਅਮਿਤ ਜੀ ਨੇ, ਠੀਕ ਹੈ, ਰਾਮਪੁਰਾ ਫੂਲ ਬਠਿੰਡੇ ਦੇ ਕੋਲ ਇੱਕ ਛੋਟੇ ਜਿਹੇ ਮੰਡੀ ਤੋਂ ਬਿਲੋਂਗ ਕਰਦੇ ਨੇ, ਉਹਨਾਂ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ ਐਂਡ ਕੋਸ਼ਿਸ਼ ਕਰਾਂਗੇ ਕਿ ਉਹਨਾਂ ਤੋਂ ਇਸ ਤਰ੍ਹਾਂ ਦੀਆਂ ਗੱਲਾਂ ਪੁੱਛੀਆਂ ਜਾਣ ਜੋ ਤੁਹਾਡੇ ਅੱਗੇ ਐਗਜ਼ਾਮਸ ਦੇ ਵਿੱਚ ਕੰਮ ਆ ਸਕਣ ਐਂਡ ਤੁਹਾਡੀ ਤਿਆਰੀ ਨੂੰ ਹੋਰ ਜ਼ਿਆਦਾ ਬੂਸਟ ਅਪ ਕਰ ਸਕਣ। ਤਾਂ ਅਮਿਤ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਸਕਸੈਸਟਰੀ ਪੰਜਾਬ ਤੇ। ਅਤੇ ਸਭ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਤੁਸੀਂ ਥੋੜਾ ਆਪਣੇ ਬਾਰੇ ਦੱਸੋ, ਆਪਣੀ ਪੜ੍ਹਾਈ ਲਿਖਾਈ ਤੇ ਆਪਣੀ ਜੋ ਪੋਸਟ ਬਾਰੇ ਦੱਸੋ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਆਪਣੀ ਸਕੂਲਿੰਗ ਪਹਿਲਾਂ ਜੀ ਇੱਥੋਂ ਆਪਣੀ ਰਾਮਪੁਰਾ ਫੂਲ ਲੋਕਲ ਹੀ ਕੀਤੀ ਸੀਗੀ। ਓਕੇ ਠੀਕ ਹੈ, ਉਸ ਅਮਿਤ ਤੋਂ ਜੀ, ਬਾਅਦ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਥੋੜਾ ਉੱਚਾ ਜ਼ਰੂਰ ਬੋਲੋ ਤਾਂ ਕਿ ਆਵਾਜ਼ ਬਿਲਕੁਲ ਕਲੀਅਰ ਆਵੇ ਸਾਰੇ ਜੋ ਸਟੂਡੈਂਟਸ ਨੂੰ। ਮੈਂ ਆਪਣੀ ਸਕੂਲਿੰਗ ਇੱਥੋਂ ਹੀ ਕੀਤੀ ਜੀ, ਆਪਣੇ ਲੋਕਲ ਟਾਊਨ ਦੇ ਵਿੱਚੋਂ ਹੀ। ਇਸ ਤੋਂ ਬਾਅਦ ਰਾਮਪੁਰਾ ਮੈਂ ਫੂਲ ਤੋਂ ਜੀ। ਰਾਮਪੁਰਾ ਫੂਲ ਤੋਂ ਜੀ, ਇਸ ਤੋਂ ਬਾਅਦ ਓਕੇ ਮੈਂ ਨਾਨ ਮੈਡੀਕਲ ਦੇ ਨਾਲ ਥਾਪਰ ਯੂਨੀਵਰਸਿਟੀ ਪਟਿਆਲਾ ਤੋਂ ਆਪਣੀ ਬੈਚਲਰਸ ਕੰਪਲੀਟ ਕੀਤੀ। ਉਸ ਓਕੇ ਤੋਂ ਬਾਅਦ ਥੋੜਾ ਜਿਹਾ ਸੀਗਾ ਵੀ ਸਿਵਲ ਸਰਵਿਸਿਜ਼ ਦੀ ਤਿਆਰੀ ਕਰੀਏ, ਨਾਲ ਨਾਲ ਇਹ ਵੀ ਸੀਗਾ ਵੀ ਕੋਈ ਜੌਬ ਸਿਕਿਉਰਿਟੀ ਹੋਵੇ ਨਾਲ ਨਾਲ, ਤਾਂ ਕਰਕੇ ਅਸੀਂ ਐਸਐਸਸੀ ਦੇ ਬੈਚਿਸ ਵੀ ਲਗਾਏ ਤਾਂ ਜੋ ਐਸਐਸਸੀ ਹੈ ਜਿਹੜਾ ਥੋੜਾ ਜਿਹਾ ਸ਼ਾਰਟ ਟਰਮ ਦੇ ਵਿੱਚ ਤੁਸੀਂ ਸੋਚ ਸਕਦੇ ਹੋ, ਸ਼ਾਰਟ ਟਰਮ ਦੇ ਵਿੱਚ ਉਹਦੀ ਤਿਆਰੀ ਕਰਕੇ ਤੁਸੀਂ ਜਲਦੀ ਲੱਗ ਸਕਦੇ ਹੋ। ਯੂਪੀਐਸਸੀ ਇੱਕ ਵੱਡਾ ਟਾਸਕ ਹੈ ਥੋੜਾ ਜਿਹਾ, ਤਾਂ ਕਰਕੇ ਅਸੀਂ ਐਸਐਸਸੀ ਦੀ ਵੀ ਤਿਆਰੀ ਕੀਤੀ। ਮੈਂ ਦਿੱਲੀ ਤੋਂ ਐਸਐਸਸੀ ਦੀ ਤਿਆਰੀ ਕੀਤੀ ਸੀਗੀ, ਓਕੇ ਬਟ ਉਸ ਟਾਈਮ ਤੇ ਤੁਹਾਨੂੰ ਪਤਾ ਐਸਐਸਸੀ ਦੇ ਵਿੱਚ ਥੋੜੇ ਜਿਹੇ ਕਨਫਲਿਕਟ ਚੱਲ ਪਏ, ਕਦੇ ਪੇਪਰ ਕੈਂਸਲ ਹੋ ਗਿਆ, ਕਦੇ ਪੇਪਰ ਉਹ ਹੋ ਗਿਆ, ਕਦੇ ਜੁਆਇਨਿੰਗ ਲੇਟ ਹੋ ਰਹੀ ਹੈ, ਕਦੇ ਕੁਝ ਹੋ ਰਿਹਾ, ਤਾਂ ਕਰਕੇ ਅਸੀਂ ਪੰਜਾਬ ਗੌਰਮੈਂਟ ਐਗਜ਼ਾਮਸ ਦੇ ਵਿੱਚ ਵੀ ਮੂਵ ਕੀਤੇ। ਉਸ ਤੋਂ ਬਾਅਦ ਮੇਰਾ ਅਸੀਂ ਚੰਡੀਗੜ੍ਹ ਵਿੱਚ ਪੀਯੂ ਦੀ ਲਾਇਬ੍ਰੇਰੀ ਵਿੱਚ ਤਿਆਰੀ ਕਰਨ ਲੱਗ ਗਏ। ਇਸ ਤੋਂ ਬਾਅਦ ਕਈ ਐਗਜ਼ਾਮ ਦਿੱਤੇ, ਕਈ ਪੇਪਰ ਕਲੀਅਰ ਹੋਏ, ਕਿਸੇ ਦੀ ਇੰਟਰਵਿਊ ਦੇ ਵਿੱਚ ਕੋਈ ਕੁਛ ਹੈ ਕੋਈ ਕੁਛ ਹੈ। ਮਤਲਬ ਇਨ ਦੀ ਐਂਡ ਇਹ ਹੈ ਕਿ ਹਰੇਕ ਪੇਪਰ ਦਾ ਕੁਛ ਨਾ ਕੁਛ ਅਸੀਂ ਹੱਥ ਪਾਉਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਘਰ ਦੇ ਕਹਿੰਦੇ ਸੀ ਵੀ ਕੋਈ ਨਾ ਕੋਈ ਜੌਬ ਸਿਕਿਉਰਿਟੀ ਹੋਣੀ ਚਾਹੀਦੀ ਆ। ਅਸਿਸਟੈਂਟ ਜੇਲ੍ਹ ਸੁਪਰਡੈਂਟ ਦਾ ਪੇਪਰ ਵੀ ਦਿੱਤਾ ਸੀਗਾ, ਉਹ ਵੀ ਉਹਦਾ ਰਿਟਨ ਕਲੀਅਰ ਹੋਇਆ ਸੀਗਾ। ਇਸ ਤੋਂ ਬਾਅਦ ਐਕਸਾਈਜ਼ ਇੰਸਪੈਕਟਰ ਦਾ ਪੇਪਰ ਆਇਆ, ਇਹਦੇ ਵਿੱਚ ਵੀ ਦੇਖੋ ਸਾਰੇ ਪੇਪਰਾਂ ਦੇ ਵਿੱਚ ਆਲਮੋਸਟ ਸੇਮ ਜਾਂ ਸਿਲੇਬਸ ਸੇਮ ਜਾਂ ਪੈਟਰਨ ਹੁੰਦਾ। ਆਪਾਂ ਕਹਿ ਦਿੰਦੇ ਹਾਂ ਮੇਰੀ ਉਹਦੀ ਵੱਧ ਤਿਆਰੀ ਹੈ, ਉਹਦੀ ਘੱਟ ਤਿਆਰੀ ਹੈ, ਇਹ ਮੈਟਰ ਨਹੀਂ ਕਰਦਾ। ਅੱਧਾ ਮੈਟਰ ਕਰਦਾ ਤੁਹਾਡੀ ਪਹਿਲਾਂ ਕਿੰਨੀ ਕੁ ਵਧੀਆ ਤਿਆਰੀ ਹੈ, ਅੱਧਾ ਮੈਟਰ ਕਰਦਾ ਤੁਹਾਡਾ ਉਹ ਦਿਨ ਜਿਹੜਾ ਦਿਨ ਤੁਸੀਂ ਪੇਪਰ ਕਲੀਅਰ ਕਰ ਰਹੇ ਹੋ ਤੇ ਨਹੀਂ ਕਰ ਬਹੁਤ ਰਹੇ ਹੋ। ਸੋਹਣੀ ਗੱਲ, ਬਹੁਤ ਸੋਹਣੀ ਗੱਲ ਜੀ। ਕਈ ਕਈ ਇਹੋ ਜਿਹੇ ਪੇਪਰ ਵੀ ਕਲੀਅਰ ਹੋਏ ਨੇ ਜਿਨ੍ਹਾਂ ਦੀ ਤਿਆਰੀ ਨਹੀਂ ਸੀਗੀ, ਕਈ ਇਹੋ ਜਿਹੇ ਪੇਪਰ ਵੀ ਰਹੇ ਨੇ ਜਿਨ੍ਹਾਂ ਦੀ ਬਹੁਤ ਜ਼ਿਆਦਾ ਵਧੀਆ ਤਿਆਰੀ ਸੀਗੀ। ਹਾਂਜੀ, ਇੱਥੇ ਅਮਿਤ ਜੀ ਮੈਂ ਥੋੜਾ ਜਿਹਾ ਤੁਹਾਨੂੰ ਰੋਕਣਾ ਚਾਹੂੰਗਾ। ਸਾਰੇ ਸਟੂਡੈਂਟਸ ਜੋ ਸਾਡਾ ਇਹ ਇੰਟਰਵਿਊ ਦੇਖ ਰਹੇ ਨੇ, ਤਾਂ ਦੇਖੋ ਕਿੰਨੀ ਟਰਾਂਸਪੇਰੈਂਸੀ ਨਾਲ ਹੈ ਅਮਿਤ ਜੀ ਆਪਣਾ ਜੋ ਐਕਸਪੀਰੀਅੰਸ ਸ਼ੇਅਰ ਕਰ ਰਹੇ ਨੇ। ਦੇਖੋ ਕੋਈ ਇੱਥੇ ਦੇਖੋ ਬੜਾ ਭੋਲਾਪਨ ਹੁੰਦਾ ਨਾ, ਪੰਜਾਬੀਆਂ 'ਚ ਕਿਹਾ ਜਾਂਦਾ ਹੈ, ਠੀਕ ਹੈ, ਤਾਂ ਬੜੀ ਸਿੱਧੇ ਤਰੀਕੇ ਨਾਲ ਟਰਾਂਸਪੇਰੈਂਸੀ ਤਰੀਕੇ ਨਾਲ ਗੱਲਾਂ ਦੱਸ ਰਹੇ ਨੇ ਐਂਡ ਵਾਕਈ ਇਸੇ ਤਰੀਕੇ ਨਾਲ ਹੀ ਪੇਪਰ ਕਲੀਅਰ ਹੁੰਦੇ ਨੇ। ਜਿਵੇਂ ਦੱਸ ਰਹੇ ਨੇ ਸੈਲਫ ਸਟੱਡੀ ਬਹੁਤ ਕੀਤੀ, ਤੇ ਜਦੋਂ ਤੁਸੀਂ 2018 ਚ ਲੱਗੇ, ਵੈਸੇ ਉਸ ਤੋਂ ਪਹਿਲਾਂ ਕਿੰਨਾ ਟਾਈਮ ਹੋ ਗਿਆ ਸੀ ਤੁਹਾਨੂੰ ਤਿਆਰੀ ਕਰਦੇ ਹੋਏ? ਉਸ ਤੋਂ ਪਹਿਲਾਂ ਸਰ ਐਂ ਹੀ ਸੀਗਾ, ਥੋੜਾ ਜਿਹਾ ਕਦੇ ਪ੍ਰਾਈਵੇਟ ਸੈਕਟਰ ਦੇ ਵਿੱਚ ਹੋ ਗਏ, ਕਦੇ ਫੇਰ ਤਿਆਰੀ ਸ਼ੁਰੂ ਕਰਤੀ, ਕਦੇ ਪਟਵਾਰੀ ਦਾ ਪੇਪਰ ਆ ਗਿਆ ਉਹਦੀ ਤਿਆਰੀ ਸ਼ੁਰੂ ਕਰਤੀ। ਇਹ ਆਪਾਂ ਨੂੰ ਇਹ ਹੋ ਗਿਆ ਵੀ ਜੈਕ ਆਫ ਆਲ ਥਿੰਗਸ ਬਣ ਗਏ ਆਪਾਂ, ਮਾਸਟਰ ਆਫ ਨਨ ਸੀ ਅਸੀਂ। ਕੀ ਬਾਤ ਹੈ ਜੀ। ਹਾਂਜੀ ਹਾਂ, ਕਿਉਂਕਿ ਹਰੇਕ ਹੁਣ ਪਟਵਾਰੀ ਦੇ ਪੇਪਰ ਦੇ ਵਿੱਚ ਲਈ ਐਗਰੀਕਲਚਰ ਅੱਡ ਤੋਂ ਪੜ੍ਹੀ ਉਹ ਚੀਜ਼ ਹੋ ਗਈ, ਕੰਪਿਊਟਰ ਅੱਡ ਤੋਂ ਪੜ੍ਹੀ ਉਹ ਚੀਜ਼ ਹੋ ਗਈ, ਕਿਸੇ ਲਈ ਐਕਸਲ ਪੜ੍ਹ ਰਹੇ ਆ, ਕਿਸੇ ਲਈ ਕੁਛ ਪੜ੍ਹ ਰਹੇ ਆ, ਬੈਕਗਰਾਊਂਡ ਕੁਛ ਹੈ ਹੋ ਕੁਛ ਰਿਹਾ। ਤਾਂ ਇੱਕ ਥੋੜਾ ਜਿਹਾ ਬੰਦੇ ਨੂੰ ਨਾ ਓਰੀਐਂਟੇਸ਼ਨ ਵਧੀਆ ਰੱਖਣੀ ਚਾਹੀਦੀ ਆ। ਆਪਾਂ ਕਈ ਗੱਲਾਂ ਤੇ ਗਲਤੀਆਂ ਇਹ ਕੀਤੀਆਂ ਵੀ ਆਪਣੀ ਓਰੀਐਂਟੇਸ਼ਨ ਹੈ ਜਿਹੜੀ ਉਹ ਸਮੇਂ ਨਾਲ ਬਦਲਦੀ ਰਹੀ, ਤਾਂ ਕਰਕੇ ਕਦੇ ਇਹ ਹੋਇਆ ਵੀ ਸਕਸੈਸ ਥੋੜੀ ਜਿਹੀ ਲੇਟ ਮਿਲੀ। ਕਈ ਬੱਚੇ ਇਹੋ ਜਿਹੇ ਸੀ ਜਿਹੜੇ ਸਟਿਕ ਰਹੇ ਐਸਐਸਸੀ ਤੇ, ਉਹਨਾਂ ਨੇ ਐਸਐਸਸੀ ਤੇ ਭਰੋਸਾ ਰੱਖਿਆ, ਉਹ 2015-16 ਚ ਹੀ ਲੱਗ ਗਏ। ਸਾਨੂੰ ਐ ਹੋ ਗਿਆ ਵੀ ਐਸਐਸਸੀ ਹੁਣ ਕਦੇ ਕੈਂਸਲ ਹੋ ਰਹੀ ਹੈ, ਕਦੇ ਉਹ ਹੋ ਰਹੀ ਹੈ, ਤਾਂ ਮੂਵ ਕਰ ਦਿਓ ਪੰਜਾਬ ਦੀ ਪੇਪਰਾਂ ਲਈ। ਠੀਕ ਬਟ ਹੈ ਜੀ। ਪੰਜਾਬ ਚ ਆ ਕੇ ਪਤਾ ਲੱਗਿਆ ਵੀ ਪੰਜਾਬ ਚ ਕੰਪੀਟੀਸ਼ਨ ਸੈਂਟਰ ਗਵਰਨਮੈਂਟ ਨਾਲ ਵੀ ਜ਼ਿਆਦਾ ਹੋ ਰਿਹਾ ਅੱਜ ਕੱਲ੍ਹ। ਹਾਂਜੀ ਹਾਂਜੀ। ਕਿਉਂਕਿ ਆਪਣੀ ਐਕਚੁਅਲੀ ਪਹਿਲਾਂ ਕੀ ਸੀਗਾ, ਇਕੱਲੇ ਵੱਡੇ ਸ਼ਹਿਰਾਂ ਦੇ ਜਵਾਕ ਹੀ ਪੜ੍ਹਦੇ ਸੀ, ਪਰ ਹੁਣ ਪਿੰਡਾਂ ਤੋਂ ਵੀ ਜਵਾਕ ਬਹੁਤ ਜ਼ਿਆਦਾ ਗਰੋ ਕਰ ਰਹੇ ਨੇ। ਉਹਦੇ ਕਰਕੇ ਇੱਕ ਬੱਚੇ ਪਿੱਛੇ ਘੱਟੋ ਘੱਟ 1000 ਦੀ ਰੇਸ਼ੋ ਹੋ ਰਹੀ ਹੈ। ਜਿਵੇਂ ਪੀਸੀਐਸ ਦਾ ਪੇਪਰ ਹੋਇਆ ਹੁਣ ਆਪਣਾ, ਹਾਂਜੀ ਘੱਟੋ ਘੱਟ 50,000 ਕੈਂਡੀਡੇਟ ਸੀ ਉਹਦੇ ਵਿੱਚ। ਜੇ ਆਪਾਂ ਜਨਰਲ ਕੈਟਾਗਰੀ ਦੀ ਗੱਲ ਕਰੀਏ ਤਾਂ ਜਨਰਲ ਕੈਟਾਗਰੀ ਦੇ ਵਿੱਚ 20 ਸੀਟਾਂ ਨੇ, ਤੇ ਘੱਟੋ ਘੱਟ 25-30,000 ਬੱਚਾ ਸੀਗਾ ਜੋ, ਤੇ ਉਹ ਵੀ ਪੂਰਾ ਹਾਰਡ ਵਰਕਿੰਗ। ਤਾਂ ਤੁਸੀਂ ਇੱਕ ਨੂੰ ਜੇ ਆਉਣਾ ਤਾਂ ਤੁਸੀਂ 1000 ਨੂੰ ਪਿੱਛੇ ਛੱਡਣਾ। ਤਾਂ ਇੱਥੇ ਵੀ ਇੱਕ ਬਹੁਤ ਵੱਡਾ ਪੰਜਾਬ ਦੇ ਵਿੱਚ ਇੱਕ ਅੱਛਾ ਜੌਬ ਫੈਕਟਰ ਦੇ ਲਈ ਤੁਹਾਨੂੰ
ਹਾਰਡ ਵਰਕ ਫੈਕਟਰ ਵੀ ਹਾਰਡ ਬਹੁਤ ਵਰਕ ਜ਼ਿਆਦਾ ਜ਼ਿਆਦਾ ਹੈ। ਜ਼ਰੂਰੀ ਸੀਗਾ। ਤੇ ਅਮਿਤ ਫਿਰ ਤੁਸੀਂ ਦੱਸੋ, ਵੈਸੇ ਹਮੇਸ਼ਾ ਪੁੱਛਿਆ ਜਾਂਦਾ ਹੈ ਕਿ ਕਿਹੜੀਆਂ ਕਰੈਕਟਰਿਸਟਿਕਸ ਸੀ, ਕਿ ਕਿਸ ਤਰ੍ਹਾਂ ਤੁਸੀਂ ਮਿਹਨਤ ਕੀਤੀ, ਲੇਕਿਨ ਮੈਂ ਤੁਹਾਡੇ ਤੋਂ ਬਿਲਕੁਲ ਉਲਟਾ ਕੁਐਸਚਨ ਪੁੱਛਾਂਗਾ, ਕਿਉਂਕਿ ਤੁਸੀਂ ਬੜੀਆਂ ਸੋਹਣੀਆਂ ਗੱਲਾਂ ਤੇ ਬਿਲਕੁਲ ਪ੍ਰੈਕਟੀਕਲ ਗੱਲਾਂ ਦੱਸ ਰਹੇ ਹੋ ਜੋ ਸਟੂਡੈਂਟਸ ਨੂੰ, ਤਾਂ ਪੁੱਛਾਂਗਾ ਕਿ ਕਿਹੜੀਆਂ ਤੁਹਾਡੇ ਤੋਂ ਗਲਤੀਆਂ ਹੋਈਆਂ ਜਿਸ ਕਰਕੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਜੌਬ ਥੋੜਾ ਲੇਟ ਲੱਗੀ, ਪਹਿਲਾਂ ਲੱਗ ਸਕਦੀ ਸੀ। ਦੇਖੋ ਸਰ, ਗਲਤੀਆਂ ਇਹ ਹੋਈਆਂ ਵੀ ਆਪਾਂ ਜਦੋਂ ਤਿਆਰੀ ਕੀਤੀ ਤਾਂ ਆਪਾਂ ਮਲਟੀਪਲ ਪੇਪਰਾਂ ਦੇ ਤੌਰ ਤੇ ਤਿਆਰੀ ਕੀਤੀ, ਉਹ ਵੀ ਫਾਰਮ ਭਰਤਾ, ਉਹ ਵੀ ਫਾਰਮ ਭਰਤਾ, ਉਹ ਵੀ ਫਾਰਮ ਭਰਤਾ। ਦੇਖੋ, ਜੇ ਇਹ ਤੁਹਾਡੇ ਟਾਰਗੇਟ ਤੇ ਡਿਪੈਂਡ ਕਰਦਾ, ਜੇ ਤਾਂ ਤੁਹਾਡਾ ਟਾਰਗੇਟ ਹੈ ਗਰੁੱਪ ਸੀ ਜੌਬ ਦਾ, ਗਰੁੱਪ ਬੀ ਜੌਬ ਦਾ ਮੈਕਸ, ਤਾਂ ਤੁਸੀਂ ਸਾਰੇ ਫਾਰਮ ਭਰੋ। ਅਗਰ ਤੁਹਾਡਾ ਟਾਰਗੇਟ ਹੈ ਗਰੁੱਪ ਏ ਜੌਬ ਦਾ, ਫਿਰ ਤੁਸੀਂ ਉਹੀ ਪੇਪਰ ਭਰੋ ਜਿਹੜਾ ਤੁਸੀਂ ਕਲੀਅਰ ਕਰਨਾ ਚਾਹੁੰਦੇ ਹੋ। ਘੱਟੋ ਘੱਟ 2 ਸਾਲ ਦਾ ਤੁਸੀਂ ਗਰੁੱਪ ਏ ਜੌਬ ਲਈ ਆਪਦੀ ਮਿਹਨਤ ਕਰ ਸਕਦੇ ਹੋ। ਦੇਖੋ, ਅਗਰ ਮੈਂ ਕਹਾਂ ਵੀ ਕਲੈਰੀਕਲ ਦਾ ਫਾਰਮ ਭਰ ਕੇ ਤੁਸੀਂ ਕਲੈਰੀਕਲ ਦੀ 2-3 ਸਾਲ ਤਿਆਰੀ ਕਰ ਰਹੇ ਹੋ, ਫਿਰ ਉਹ ਗਲਤ ਹੈ। ਬਟ ਜੇ ਤੁਸੀਂ ਘੱਟੋ ਘੱਟ ਪੀਸੀਐਸ ਐਗਜ਼ੈਕਟਿਵ ਜਾਂ ਪੀਸੀਐਸ ਦਾ ਕੋਈ ਵੀ ਹੋਰ ਪੇਪਰ ਘੱਟੋ ਘੱਟ ਗਰੁੱਪ ਬੀ ਜੌਬ ਲਈ ਤਿਆਰੀ ਕਰ ਰਹੇ ਹੋ, ਤਾਂ ਤੁਸੀਂ 2 ਸਾਲ ਐਂ ਲਾ ਕੇ ਚੱਲੋ ਵੀ ਅੱਜ ਦੀ ਡੇਟ 'ਚ 2 ਸਾਲ ਆਪਾਂ ਕਰ ਸਕਦੇ ਹਾਂ। ਬਾਕੀ ਇਹ ਬੱਚੇ ਦੇ ਆਈਕਿਊ, ਬੱਚੇ ਦੇ ਮੈਂਟੈਲਿਟੀ, ਬੱਚੇ ਦੀ ਐਜਿਲਿਟੀ ਤੇ ਡਿਪੈਂਡ ਕਰਦਾ ਵੀ ਉਹ ਕਿੰਨੀ ਕੁ ਮਿਹਨਤ ਕਰ ਰਿਹਾ। ਹੁਣ ਜੇ ਆਪਾਂ ਕਹਿ ਦਈਏ ਵੀ ਬੱਚਾ ਜਿਹੜਾ ਬਹੁਤ ਜ਼ਿਆਦਾ ਸ਼ਾਰਪ ਹੈ, ਉਹ 2-3 ਸਾਲ ਕਿਸੇ ਪੇਪਰ ਲਈ ਲਗਾ ਰਿਹਾ, ਤਾਂ ਉਹਦੇ ਲਈ ਗਲਤ ਹੈ। ਜਾਂ ਮੈਂ ਕਹਿੰਦਾ ਵੀ ਕੋਈ ਬੱਚਾ ਠੀਕ ਠਾਕ ਹੈ, ਉਹ ਕਹਿੰਦੇ ਮੈਂ 6 ਮਹੀਨਿਆਂ 'ਚ ਪੇਪਰ ਕਲੀਅਰ ਕਰਨਾ, ਉਹ ਵੀ ਗਲਤ ਹੈ। ਇਹ ਬਾਕੀ ਤੁਹਾਡੀ ਉਸ ਟਾਈਮ ਤੇ ਜਿਹੜੇ ਟਾਈਮ ਤੁਸੀਂ ਤਿਆਰੀ ਕਰ ਰਹੇ ਹੋ, ਉਦੋਂ ਕਿੰਨਾ ਟਾਈਮ ਦੇ ਪਾ ਰਹੇ ਹੋ, ਇਹ ਡਿਪੈਂਡ ਕਰਦਾ ਓਕੇ ਮੇਰੇ ਹਿਸਾਬ ਨਾਲ। ਓਕੇ ਓਕੇ ਤੇ ਮੈਂ ਜਿਵੇਂ ਤੁਹਾਨੂੰ ਦੇਖ ਪਾ ਰਿਹਾ ਜੀ, ਤੁਹਾਡੇ ਪਿੱਛੇ ਕੁਝ ਕੰਗਾਰੂਜ਼ ਦੀ ਫੋਟੋਆਂ ਨੇ, ਤੇ ਆਪਣਾ ਪੰਜਾਬ ਦਾ ਜੋ ਟ੍ਰੈਂਡ ਚੱਲ ਰਿਹਾ ਹੈ ਕੈਨੇਡਾ ਆਸਟ੍ਰੇਲੀਆ ਦਾ, ਤੇ ਇੱਕ ਪਾਸੇ ਸਰਕਾਰੀ ਜੌਬ ਲਈ ਜੋ ਲੋਕ ਮਿਹਨਤ ਕਰ ਰਹੇ ਨੇ, ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ, ਕਿਵੇਂ ਡਿਫਰੈਂਸ਼ੀਏਟ ਕਰਦੇ ਹੋ? ਦੇਖੋ ਸਰ, ਇਹ ਪ੍ਰਾਇੋਰਟੀਜ਼ ਨੇ ਆਪਦੀਆਂ। ਹੁਣ ਸਾਡੇ ਡਿਪਾਰਟਮੈਂਟ ਦੇ ਕਈ ਬੰਦੇ ਇਹੋ ਜਿਹੇ ਨੇ ਜਿਹੜੇ ਕਿ ਮਤਲਬ ਵਧੀਆ ਗਰੁੱਪ ਏ ਹੋਣ ਦੇ ਬਾਵਜੂਦ ਵੀ, ਅਸਿਸਟੈਂਟ ਕਮਿਸ਼ਨਰ ਹੋਣ ਦੇ ਬਾਵਜੂਦ ਵੀ ਬੀਆਰਐਸ ਲੈ ਕੇ ਬਾਹਰ ਜਾ ਰਹੇ ਨੇ। ਓਕੇ ਜੀ, ਇੱਥੇ ਅਮਿਤ ਮੈਂ ਚਾਹੂੰਗਾ ਥੋੜਾ ਤੁਸੀਂ ਦੱਸ ਦਿਓ ਆਪਣੀ ਪੋਸਟ ਬਾਰੇ, ਉਹਦੇ ਬਾਰੇ ਦੱਸ ਦਿਓ ਕਦੋਂ ਪੇਪਰ ਕਲੀਅਰ ਕੀਤਾ ਤੁਸੀਂ, ਐਂਡ ਉਸ ਤੋਂ ਬਾਅਦ ਇਹਨੂੰ ਮੇਰਾ ਕੰਟੀਨਿਊ ਜ਼ਰੂਰ ਰੱਖਣਾ ਜੀ ਇਸੇ ਪ੍ਰਸ਼ਨ ਨੂੰ। ਮੇਰਾ ਪੇਪਰ ਜੀ ਮੈਂ ਤੁਹਾਨੂੰ ਦੱਸਦਾ ਹੋਇਆ ਕੀ ਸੀਗਾ। ਸਾਡਾ ਐਕਚੁਅਲੀ 2018 ਇਹ ਪੇਪਰ ਪਹਿਲਾਂ 2015-16 ਦੇ ਵਿੱਚ ਆਇਆ, ਉਹਦੀ ਨੋਟੀਫਿਕੇਸ਼ਨ ਉਦੋਂ ਬਹੁਤ ਤਿਆਰੀ ਕੀਤੀ, ਇਹਦੀ ਨੋਟੀਫਿਕੇਸ਼ਨ ਕੈਂਸਲ ਹੋ ਗਈ। ਫਿਰ ਦੁਬਾਰੇ 2018 ਮਾਰਚ ਦੇ ਵਿੱਚ ਫੇਰ ਆਇਆ, 19 ਮਾਰਚ ਨੂੰ ਆਇਆ ਵੀ ਭਾਈ 8 ਅਪ੍ਰੈਲ ਨੂੰ ਇਹ ਪੇਪਰ ਦੁਬਾਰੇ ਹੋ ਰਿਹਾ। ਉਸ ਟਾਈਮ ਤੇ ਮੇਰੇ ਕੋਲੇ ਐਸਐਸਸੀ ਟਾਇਰ 2 ਦੇ ਚੰਡੀਗੜ੍ਹ ਦੇ ਕਿਸੇ ਇੰਸਟੀਚਿਊਟ ਦੀ ਬੈਚ ਚੱਲਦੇ ਸੀਗੇ। ਓਕੇ, ਵੈਸੇ ਬੜੀ ਇੰਟਰਸਟਿੰਗ ਗੱਲ ਕਰੀ, ਕਹਿੰਦੇ ਪਿਆਰ ਦੇ ਵਿੱਚ ਹੀ ਜੋ ਯੂਥ ਨੂੰ ਜੋ ਤਰੀਖਾਂ ਯਾਦ ਰਹਿੰਦੀਆਂ ਨੇ, ਤਾਂ ਐਸਪੀਰੈਂਟਸ ਨੂੰ ਵੀ ਆਪਣੇ ਐਗਜ਼ਾਮਸ ਦੀਆਂ ਤਰੀਖਾਂ ਯਾਦ ਨੇ, ਇੱਕੋ ਇੱਕ ਤਰੀਕ ਯਾਦ ਹੈ। ਤਾਂ ਕਰਕੇ ਇਹ ਹੋਇਆ ਵੀ ਬੈਚ ਚੱਲ ਰਿਹਾ ਸੀ ਮੇਰੇ ਕੋਲ ਐਸਐਸਸੀ ਟਾਇਰ 2 ਦਾ। ਉਸ ਟਾਈਮ ਹੀ ਅਪ੍ਰੈਲ ਦੇ ਵਿੱਚ ਹੀ ਐਸਐਸਸੀ ਟਾਇਰ 2 ਦਾ ਪੇਪਰ ਸੀਗਾ, ਤੇ ਮੇਰੇ ਕੋਲੇ 2 ਬੈਚ ਚੱਲ ਰਹੇ ਸੀ ਐਸਐਸਸੀ ਟਾਇਰ 2 ਦੇ ਚੰਡੀਗੜ੍ਹ। ਤਾਂ ਮੈਨੂੰ ਇੰਸਟੀਚਿਊਟ ਵਾਲਿਆਂ ਨੇ ਕਿਹਾ ਵੀ ਅਸੀਂ ਤੁਹਾਨੂੰ ਛੁੱਟੀ ਨਹੀਂ ਦੇ ਸਕਦੇ, ਕਿਉਂਕਿ ਸਾਡੇ ਬੈਚ ਪੀਕ ਦੇ ਨੇ ਇਹ। ਉਧਰੋਂ ਮੈਨੂੰ ਐ ਹੋ ਗਿਆ, ਮੈਂ ਕਿਹਾ ਯਾਰ ਬੱਚਿਆਂ ਦਾ ਪੇਪਰ ਖਰਾਬ ਹੋ ਜਾਊਗਾ ਜੇ ਮੈਂ ਛੱਡਤੀ। ਤਾਂ ਮੈਂ ਸਵੇਰ ਦੀ ਕਲਾਸ ਲੈ ਲਈ ਉਹਨਾਂ ਦੀ 8 ਤੋਂ 11। ਹਾਲਾਂਕਿ ਤੁਹਾਨੂੰ ਬਹੁਤ ਬੈਟਰ ਪਤਾ ਕਿ ਮੈਨੂੰ ਬਹੁਤ ਔਖਾ ਲੱਗਦਾ ਸਵੇਰੇ ਉੱਠਣਾ, ਤੇ ਮੈਂ ਫਿਰ ਆਪਦਾ ਪੜ੍ਹਦਾ, ਠੀਕ ਹੈ, ਰਾਤ ਨੂੰ, ਤੇ ਸਵੇਰੇ ਮੈਂ ਆਪਦੀ ਐਸਐਸਸੀ ਟਾਇਰ 2 ਦੀ ਕਿਸੇ ਇੰਸਟੀਚਿਊਟ ਦੇ ਵਿੱਚ ਜਿਹਦੇ ਮੈਂ ਪੜ੍ਹਾਉਂਦਾ ਸੀ, ਉਹਦੀ ਕਲਾਸ ਲਗਾ ਕੇ ਉਹ 20 ਦਿਨ ਪੂਰੇ ਸਟਰਗਲ ਕੀਤੇ, ਉਹ 20 ਦਿਨ ਪੂਰੇ ਹਾਰਡ ਵਰਕ ਕੀਤੀ। ਉਹ 20 ਦਿਨ ਸਰ ਮੈਂ ਉਹੀ ਪੜ੍ਹਿਆ ਜਿਹੜਾ ਮੈਂ ਪਿਛਲੇ 4 ਸਾਲਾਂ ਤੋਂ ਉਲਟ ਫੁਲਟ ਕਰਕੇ ਪੜ੍ਹ ਰਿਹਾ ਸੀ। ਉਹ 20 ਦਿਨਾਂ 'ਚ ਮੈਂ ਜਿਸਟ ਬਣਾ ਕੇ ਪੜ੍ਹੀ। ਕੀ ਬਾਤ ਹੈ ਜੀ। ਉਹ 20 ਦਿਨਾਂ ਦੀ ਮਿਹਨਤ ਨਹੀਂ ਸੀ ਮੇਰੀ, ਉਹ ਪਿਛਲੇ 4 ਸਾਲਾਂ ਦੀ ਮਿਹਨਤ ਸੀਗੀ ਜਿਹੜੀ ਉਹ ਮੈਂ 20 ਦਿਨਾਂ ਨੂੰ ਕੰਸੋਲੀਡੇਟ ਕਰ ਲਿਆ। ਓਕੇ ਓਕੇ ਉਹੀ ਤੁਹਾਨੂੰ ਮੈਂ ਪਹਿਲਾਂ ਵੀ ਇਹੀ ਗੱਲ ਕਹੀ ਸੀਗੀ, ਪਿਛਲੇ 4 ਸਾਲ ਪਹਿਲਾਂ ਉਦੋਂ ਵਧੀਆ ਤਿਆਰੀ ਸੀ ਜਿਹੜੀ ਉਹ 20 ਦਿਨਾਂ 'ਚ ਤਿਆਰੀ ਕੀਤੀ। ਬਟ ਉਹ 20 ਦਿਨ ਮੈਂ ਆਏ ਸੀਗਾ ਵੀ ਜੇ ਆ ਨਹੀਂ ਹੈਗਾ ਤਾਂ ਕੁਝ ਨਹੀਂ ਹੈਗਾ। ਲੇਕਿਨ ਇਹ ਫਿਰ ਉਸ ਤੋਂ ਬਾਅਦ ਤੁਸੀਂ ਐਗਜ਼ਾਮ ਦਿੱਤਾ, ਕਲੀਅਰ ਕੀਤਾ, ਤਾਂ ਆਪਾਂ ਉਸੇ ਪ੍ਰਸ਼ਨ ਤੇ ਆਉਂਦੇ ਆ ਜਿਵੇਂ ਤੁਸੀਂ ਦੱਸਿਆ। ਤਾਂ ਅੱਜ ਜੇ ਤੁਹਾਨੂੰ ਕੋਈ ਆਫਰ ਮਿਲੇ ਚੰਗਾ ਆਸਟ੍ਰੇਲੀਆ ਕੈਨੇਡਾ ਦਾ, ਜਾਂ ਜਿਵੇਂ ਤੁਸੀਂ ਦੱਸ ਰਹੇ ਹੋ ਆਲਰੇਡੀ ਲੋਕਾਂ ਦਾ ਇੱਕ ਪ੍ਰਾਇੋਰਟੀ ਹੈ, ਤਾਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਕਿਉਂਕਿ ਯੂਥ ਸਪੈਸ਼ਲੀ ਆਪਣਾ ਰਾਮਪੁਰਾ ਬਠਿੰਡਾ ਪੂਰਾ ਮਾਲਵਾ ਹੀ ਤੁਸੀਂ ਕਹਿ ਲਓ ਦੁਆਬਾ ਚਲਾ ਗਿਆ, ਹੁਣ ਪਿੱਛੇ ਮਾਲਵਾ ਪੂਰਾ ਭਰ ਰਿਹਾ ਹੈ ਆਸਟ੍ਰੇਲੀਆ ਕੈਨੇਡਾ 'ਚ, ਤਾਂ ਇਸ ਬਾਰੇ ਕੀ ਵਿਚਾਰ ਹੈ? ਇਹ ਬੜਾ ਡਾਈਸੀ ਜਿਹਾ ਕੁਐਸਚਨ ਹੈ ਜੀ। ਇਹ ਐਕਚੁਅਲੀ ਪ੍ਰਾਇੋਰਟੀ ਤੁਹਾਡੀ ਕੀ ਹੈ ਡਿਪੈਂਡ ਕਰਦਾ। ਦੇਖੋ, ਮੈਂ ਤੁਹਾਨੂੰ ਐਗਜ਼ਾਮਪਲ ਦੱਸਣਾ, ਕਈ ਬੰਦੇ ਇਹੋ ਜਿਹੇ ਜ਼ਰੂਰ ਦੇਖ ਲਏ ਮੈਂ ਜਿਹੜੇ ਇਧਰੋਂ ਜੌਬ ਛੱਡ ਕੇ ਉਧਰ ਜਾ ਰਹੇ ਨੇ, ਪਰ ਮੈਂ ਇਹੋ ਜਿਹਾ ਬੰਦਾ ਕੋਈ ਨਹੀਂ ਦੇਖਿਆ ਜਿਹੜਾ ਉਧਰੋਂ ਪੀਆਰ ਛੱਡ ਕੇ ਇੱਧਰ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਿਹਾ ਹੈ। ਇੱਥੇ ਮੈਂ ਅਮਿਤ ਜੀ ਤੁਹਾਨੂੰ ਰੋਕਣਾ ਚਾਹੂੰਗਾ, ਇੱਥੇ ਮੈਂ ਦੱਸਣਾ ਚਾਹੂੰ, ਜੋ ਆਪਣੇ ਕੋਲ ਨਾਇਬ ਤਹਿਸੀਲਦਾਰ ਦਾ ਪੇਪਰ ਹੈ, ਨਾਇਬ ਤਹਿਸੀਲਦਾਰ ਦੇ ਪੇਪਰ ਵਿੱਚ ਆਪਣੇ ਕੋਲ ਕੁਝ ਸਟੂਡੈਂਟ ਨੇ ਜੋ ਅਮਰੀਕਾ ਤੋਂ ਤਿਆਰੀ ਕਰ ਰਹੇ ਨੇ ਨਾਇਬ ਤਹਿਸੀਲਦਾਰ ਦੀ, ਠੀਕ ਹੈ। ਪਹਿਲਾਂ ਆਪਾਂ ਜੋ ਸਾਰੇ ਸਟੂਡੈਂਟਸ ਨੂੰ ਪਤਾ ਵੀ ਹੋਏਗਾ, ਅੱਜ ਤੋਂ ਲਗਭਗ 3-4 ਹਫ਼ਤੇ ਪਹਿਲਾਂ ਪਲਕ ਮਿੱਤਲ ਨਾਮ ਦੀ ਲੜਕੀ ਨੇ ਇੰਟਰਵਿਊ ਦਿੱਤਾ ਸੀ, ਯੂਐਸਏ ਤੋਂ, ਪਟਿਆਲੇ ਤੋਂ ਬਿਲੋਂਗ ਕਰਦੀ ਹੋ, ਐਂਡ ਉਹ ਨਾਇਬ ਤਹਿਸੀਲਦਾਰ ਪੰਜਾਬ ਦੇ ਵਿੱਚ ਲੱਗਣਾ ਚਾਹੁੰਦੀ ਹੈ। ਤਾਂ ਐਗਜ਼ਾਮਪਲਾਂ ਨੇ ਲੇਕਿਨ ਬਹੁਤ ਘੱਟ ਨੇ ਐਜ਼ ਕੰਪੇਅਰ ਟੂ ਜੋ ਤੁਸੀਂ ਦੇ ਰਹੀਆਂ ਹੋ, ਉਹ ਤਾਂ ਬਹੁਤ ਹੀ ਜ਼ਿਆਦਾ ਨੇ ਜੋ ਤੁਸੀਂ ਕਹਿ ਰਹੇ ਹੋ।
ਦਿੱਕਤ ਇਹ ਹੈ ਜੀ, ਹੁਣ ਮੈਂ ਜਿਹੜੀ ਫਰੈਂਕਲੀ ਗੱਲ ਆ, ਜਿਹੜੇ ਇੱਥੇ 20-25 ਸਾਲ ਸਰਵਿਸ ਕਰ ਗਏ, ਜੀ। ਹੁਣ ਜਦੋਂ ਉਹਨਾਂ ਨਾਲ ਜਿਹੜੇ ਬਾਹਰ ਨੇ ਉਹਨਾਂ ਨਾਲ ਜਦੋਂ ਗੱਲ ਹੁੰਦੀ ਆ, ਉਹ ਜਦੋਂ ਲਾਈਫ ਕੰਪੇਅਰ ਕਰਦੇ ਆ ਉਧਰ ਨੂੰ ਬੈਟਰ ਕਹਿ ਰਹੇ ਨੇ। ਜਿਹੜੇ ਪਲਕ ਮਿੱਤਲ ਨੇ ਜਦੋਂ ਨਾਇਬ ਤਹਿਸੀਲਦਾਰ ਲੱਗ ਕੇ 5 ਸਾਲ ਬਾਅਦ ਕਹਿਣਗੇ ਵੀ ਵਧੀਆ ਰਿਹਾ ਨਾਇਬ ਤਹਿਸੀਲਦਾਰ, ਫਿਰ ਮੈਂ ਮੰਨੂਗਾ ਭਾਈ ਵੀ ਪਲਕ ਦੀ ਗੱਲ ਸਹੀ ਹੈ। ਅੱਛਾ ਅੱਛਾ ਅੱਛਾ। ਹਾਂਜੀ ਹਾਂ, ਬਾਕੀ ਆਪਦੀ ਪ੍ਰਾਇੋਰਟੀ ਹਜੇ ਇਹ ਹੈ ਵੀ ਹਜੇ ਮੈਨੂੰ ਡਿਪਾਰਟਮੈਂਟ 'ਚ 2 ਸਾਲ ਹੀ ਹੋਏ ਨੇ, ਹਜੇ ਅਸੀਂ ਡਿਪਾਰਟਮੈਂਟ ਦਾ ਨਾ ਤਾਂ ਕੋਈ ਚੰਗਾ ਪਹਿਲੂ ਦੇਖਿਆ ਨਾ ਮਾੜਾ ਪਹਿਲੂ ਦੇਖਿਆ, ਤਾਂ ਕਰਕੇ ਮੈਂ ਹਜੇ ਡਿਪਾਰਟਮੈਂਟ ਤੋਂ ਜੱਜ ਨਹੀਂ ਕਰ ਸਕਦਾ। ਠੀਕ ਹੈ। ਬਾਕੀ ਸਰ ਡਿਪਾਰਟਮੈਂਟ ਟੂ ਡਿਪਾਰਟਮੈਂਟ ਵੈਰੀ ਕਰਦਾ ਹੈ, ਕਿਹੜੇ ਡਿਪਾਰਟਮੈਂਟ 'ਚ ਕਿੰਨਾ ਕੁ ਐਥਨੀਸਿਟੀ ਹੈਗੀ ਹੈ, ਕਿਹੜੇ ਡਿਪਾਰਟਮੈਂਟ ਕਿੰਨੇ 'ਚ ਹੈ ਨਹੀਂ ਗੀ। ਹਲੇ ਤੱਕ ਇਹ ਹੈ ਵੀ ਮੈਨੂੰ ਹਲੇ ਤੱਕ ਡਿਪਾਰਟਮੈਂਟ 'ਚ ਨਾ ਤਾਂ ਕੋਈ ਮਾੜਾ ਕੰਮ ਕਰਨ ਲਈ ਕਿਸੇ ਨੇ ਕਿਹਾ, ਨਾ ਆਪਾਂ ਕੋਈ ਮਾੜਾ ਕੰਮ ਕੀਤਾ ਹਜੇ ਤੱਕ। ਓਕੇ, ਤੇ ਆਪਾਂ ਮਾੜੇ ਚੰਗੇ ਦੀ ਗੱਲ ਕਰਦੇ ਆ ਤਾਂ ਇਹਦੇ ਵਿੱਚ ਬਹੁਤ ਸਾਰੇ ਪਿੰਡਾਂ 'ਚ ਸਪੈਸ਼ਲੀ ਮੈਂ ਕਹੂੰਗਾ ਲੋਕਾਂ ਨੂੰ ਲੱਗਦਾ ਹੈ ਕਿ ਜੀ ਨੌਕਰੀ ਪੜ੍ਹ ਕੇ ਨਹੀਂ, ਇਹ ਤਾਂ ਜੀ ਕੁਝ ਹੋਰ ਹੀ ਕੰਮ ਕਰਾ ਕੇ ਮਿਲ ਜਾਂਦੀ ਹੈ। ਇਹਦੇ ਬਾਰੇ ਕੀ ਵਿਚਾਰ ਹੈ ਤੁਹਾਡਾ, ਕਿਉਂਕਿ ਆਲਰੇਡੀ ਤੁਸੀਂ ਜੌਬ ਕਰ ਰਹੇ ਹੋ? ਸਰ ਦੇਖੋ, ਜਿਹਨੇ ਪੇਪਰ ਕੱਢਣਾ, ਜੇ ਉਹ ਆਹ ਗੱਲਾਂ 'ਚ ਪੈ ਜਾਊਗਾ, ਫਿਰ ਉਹਦਾ ਪੇਪਰ ਨਹੀਂ ਨਿਕਲਦਾ, ਫਿਰ ਉਹਦਾ ਤਾਂ ਐਂ ਦਿਮਾਗ ਚੱਲੂਗਾ ਵੀ ਪੈਸੇ ਕਿੱਥੇ ਦੇਣੇ ਆ ਤੇ ਪੈਸੇ ਕਿੱਥੋਂ ਵਰਤ ਰਹੇ ਆ। ਜੇ ਸੀਟ ਤੁਹਾਡੇ ਕੋਲੇ ਹੈਗੀ ਹੈ ਇੱਕ ਸੀਟ ਤਾਂ ਘੱਟੋ ਘੱਟ ਐਂ ਹੋਊਗੀ ਨਾ ਵੀ ਪਾਰਸ਼ਲ ਹੋਊਗੀ, ਤਾਂ ਤੁਸੀਂ ਐਂ ਸੋਚੋ ਮੈਂ ਤਾਂ ਉਸੇ ਸੀਟ ਲਈ ਤਿਆਰੀ ਕਰ ਰਿਹਾ, ਜਿਹੜੀ ਸੀਟ ਇੱਕੋ ਹੀ ਪਾਰਸ਼ਲ ਹੈ, ਬਾਕੀ ਸਾਈਜ਼ਾਂ ਵਿਕ ਗਈਆਂ। ਓਕੇ, ਤਾਂ ਕਰਕੇ ਇਹਨਾਂ ਚੀਜ਼ਾਂ ਨੂੰ ਸੋਚ ਕੇ ਤੁਸੀਂ ਪੇਪਰ ਨਹੀਂ ਕੱਢ ਸਕਦੇ ਵੀ ਉਹ 'ਚ ਪੈਸਾ ਚੱਲ ਪਿਆ, ਉਹ 'ਚ ਪੈਸਾ ਨਹੀਂ ਚੱਲਿਆ। ਓਕੇ ਓਕੇ, ਬਿਲਕੁਲ ਆਪਣੀ ਬਠਿੰਡੇ ਵਾਲੀ ਸਿੱਧੀ ਗੱਲ ਤੁਸੀਂ ਕਰ ਰਹੇ ਹੋ, ਕੋਈ ਉਲਟੀ ਫੁਲਟੀ ਟਰਾਂਸਪੇਰੈਂਸੀ ਨਾਲ ਗੱਲ ਕਰ ਰਹੇ ਹੋ ਕਿ ਆਪਾਂ ਨੂੰ ਜੇ ਇਹੀ ਦਿਮਾਗ 'ਚ ਆ ਗਿਆ ਤਾਂ ਫਿਰ ਆਪਣੀ ਤਿਆਰੀ ਨਹੀਂ ਹੋ ਸਕਦੀ ਬੈਟਰ। ਨਹੀਂ ਹੋ ਸਕਦੀ, ਬਾਕੀ ਇਹੋ ਜਿਹਾ ਕੁਝ ਬਹੁਤ ਰੇਅਰ ਚਾਂਸਿਸ ਆ, ਬਹੁਤ ਹਾਂਜੀ, ਤੁਹਾਡੀ ਆਵਾਜ਼ ਜੀ। ਦੇਖਿਆ ਨਹੀਂ। ਓਕੇ ਓਕੇ, ਜੇ ਹੁੰਦਾ ਤਾਂ ਰੱਬ ਜਾਣਦਾ, ਪਰ ਆਪਾਂ ਆਪਦੀ ਹਰਕਤ 'ਚ ਇੰਨਾ ਸਰਕਲ ਆ, ਇੰਨੇ ਥਾਂ ਤੇ ਆਪਾਂ ਪੜ੍ਹੇ ਆ, ਤਾਂ ਆਪਾਂ ਤਾਂ ਕੋਈ ਬੰਦਾ ਨਹੀਂ ਦੇਖਿਆ ਆਪਦੇ ਸਰਕਲ ਦੇ ਵਿੱਚ ਜਿਹੜਾ ਪੈਸੇ ਦੇ ਕੇ ਲੱਗਿਆ ਹੋਵੇ। ਅੱਛਾ ਜੀ, ਤੇ ਤੁਸੀਂ ਇੱਥੇ ਇੱਕ ਕੁਐਸਚਨ ਹੋਰ ਮੈਂ ਪੁੱਛਣਾ ਚਾਹਾਂਗਾ, ਮੈਂ ਤੁਸੀਂ ਜਿਵੇਂ ਬਠਿੰਡੇ ਤੋਂ ਹੁਣ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਇਹ ਜੋ ਹੁਣ ਕਰੋਨਾ ਤੋਂ ਬਾਅਦ ਨਵਾਂ ਜੋ ਮਾਧਿਅਮ ਹੈ ਸਟੱਡੀ, ਇੱਕ ਰੈਵੋਲੂਸ਼ਨ ਆਈ ਹੈ ਕਿ ਆਨਲਾਈਨ ਕਲਾਸਿਸ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਆਨਲਾਈਨ ਕਲਾਸਿਸ ਕੀ ਬੱਚਿਆਂ ਨੂੰ ਫਾਇਦਾ ਕਰਦੀਆਂ ਨੇ, ਸਪੈਸ਼ਲੀ ਜੋ ਸਰ ਆਨਲਾਈਨ, ਸਰ ਇਹਦੇ ਪ੍ਰੋਜ਼ ਕੌਨਸ ਦੋਨੇ ਚੀਜ਼ਾਂ ਹੀ ਨੇ ਜੀ। ਇਹਦੇ ਪ੍ਰੋਜ਼ ਇਹ ਨੇ ਵੀ ਬੱਚਾ ਜਿਹੜਾ ਅਫੋਰਡੇਬਿਲਟੀ ਜਿਹਦੀ ਹੈ ਨਹੀਂ ਗੀ, ਹਾਂਜੀ ਹਾਂਜੀ, ਆਵਾਜ਼ ਦੀ ਦਿੱਕਤ ਆ ਰਹੀ ਹੈ ਥੋੜੀ ਜੀ ਅਮਿਤ ਜੀ। ਸਰ ਜਿਹੜਾ ਬੱਚਾ ਅਫੋਰਡ, ਇਹ ਸਰ ਇਹਦੇ ਕਈ ਪ੍ਰੋਜ਼ ਕੌਨਸ ਨੇ ਸਰ। ਪਹਿਲੇ ਇਹਦੇ ਫਾਇਦੇ ਇਹ ਨੇ ਵੀ ਜਿਹੜਾ ਜਵਾਕ ਪੜ੍ਹਨ ਦੂਰ ਰਹਿ ਕੇ ਆਪਦਾ ਖਰਚਾ ਨਹੀਂ ਕਰ ਸਕਦਾ, ਦਿੱਲੀ ਚੰਡੀਗੜ੍ਹ ਵਰਗੇ ਸ਼ਹਿਰ ਨੂੰ ਅਫੋਰਡ ਨਹੀਂ ਕਰ ਸਕਦਾ, ਉਹ ਘਰੇ ਸਬਸਕ੍ਰਿਪਸ਼ਨ ਲੈ ਕੇ ਆਪਦਾ ਐਨੀ ਹਾਊ ਮੈਨੇਜ ਕਰ ਸਕਦਾ ਮੈਂ ਪੜ੍ਹ ਲਾਂ, ਕਿਉਂਕਿ ਅੱਜ ਕੱਲ ਟਿਊਸ਼ਨਸ ਦੀ ਫੀਸ ਉਨੀ ਨਹੀਂ ਹੈਗੀ ਜਿੰਨੀ ਬਾਹਰ ਅਕਮੋਡੇਸ਼ਨ ਦੀ ਫੀਸ ਹੈ। ਬਿਲਕੁਲ ਬਿਲਕੁਲ ਸਰ ਕੌਣ ਇਹਦਾ ਇਹ ਹੈ ਜੀ, ਆਨਲਾਈਨ ਦੇ ਵਿੱਚ ਪਰਸਨਲ ਇੰਟਰੈਕਸ਼ਨ ਉਨੀ ਬਣਦੀ ਨਹੀਂ ਜਿੰਨੀ ਆਫਲਾਈਨ ਦੇ ਵਿੱਚ ਬਣਦੀ ਹੈ, ਕਿਉਂਕਿ ਤੁਸੀਂ ਉਸੇ ਟਾਈਮ ਨਾਲ ਦੇ ਟੀਚਰ ਨੂੰ ਪੁੱਛ ਸਕਦੇ ਹੋ, ਨਾਲ ਦੇ ਟੀਚਰ ਨਾਲ ਇੰਟਰੈਕਸ਼ਨ। ਆਨਲਾਈਨ ਸਰ ਟੀਚਰ ਨੂੰ ਪਤਾ ਨਹੀਂ ਲੱਗਦਾ ਵੀ ਕਿਹੜਾ ਜਵਾਕ ਕਿੰਨਾ ਕੁ ਜ਼ਿਆਦਾ ਵਧੀਆ ਲੇਬਰ ਕਰ ਰਿਹਾ, ਕਿੰਨਾ ਕੁ ਜ਼ਿਆਦਾ ਜਾਣ ਕੇ ਪੁੱਛ ਰਿਹਾ। ਹੁਣ ਤੁਹਾਨੂੰ ਅੱਜ ਕੱਲ ਟ੍ਰੈਂਡ ਚੱਲ ਪਿਆ ਜੀ, ਕੋਈ ਟੀਚਰ ਆ ਉਹਨੂੰ ਜਾਣ ਕੇ ਫਸਾਉਣੇ ਆ, ਆਪਾਂ ਪਰਸਨਲੀ ਐਕਸਪੀਰੀਅੰਸ ਕੀਤਾ ਇਹ ਗੱਲ। ਬੱਚੇ ਜਾਣ ਕੇ ਪਹਿਲਾਂ, ਜੇ ਟੀਚਰ ਭਲੇ ਵਾਸਤੇ ਦੱਸ ਦਿੰਦਾ ਵੀ ਮੈਂ ਕੱਲ ਨੂੰ ਆਹ ਟੌਪਿਕ ਪੜ੍ਹਾਉਣਾ, ਜਵਾਕ ਹੁਸ਼ਿਆਰੀ ਕਰਕੇ ਜਾਣ ਕੇ ਪਹਿਲੀ ਨੈਟ ਤੋਂ ਪੜ੍ਹ ਕੇ ਉਹ ਫਿਰ ਟੀਚਰ ਨੂੰ ਪੁੱਛਦੇ ਨੇ। ਹੁਣ ਜੇ ਟੀਚਰ ਹੋਵੇ ਕੋਈ ਕੱਬਾ, ਫਿਰ ਉਸ ਹਿਸਾਬ ਨਾਲ ਡੀਲ ਕਰਦਾ ਉਹ। ਬਿਲਕੁਲ ਆਪਣੀ ਬਠਿੰਡੇ ਵਾਲੀ ਭਾਸ਼ਾ 'ਚ ਆ ਗਏ ਆ ਆਪਾਂ ਜੀ। ਹਾਂਜੀ ਹਾਂਜੀ ਹਾਂ। ਤੁਸੀਂ ਕਿ ਸਭ ਤੋਂ ਪਹਿਲਾਂ ਲਾਸਟ ਕੁਐਸਚਨ ਪੁੱਛਣ ਤੋਂ ਪਹਿਲਾਂ ਪੁੱਛਾਂਗਾ, ਤੁਹਾਡੇ ਡਿਪਾਰਟਮੈਂਟ ਐਕਸਾਈਜ਼ ਡਿਪਾਰਟਮੈਂਟ ਦੇ ਵਿੱਚ ਵੀ ਕੋਈ ਨਵੀਆਂ ਭਰਤੀਆਂ ਆ ਰਹੀਆਂ ਜੀ ਇਸ ਸਾਲ, ਕੁਝ ਹੈ ਉਮੀਦ? ਸਰ ਰੋਸਟਰ ਦਾ ਦੇਖੋ ਹੈਗਾ ਜੀ, ਉਹਦੇ ਵਿੱਚ ਈਟੀਓਸ ਤੇ ਆਪਣਾ ਈਟੀਓ ਪੀਸੀਐਸ ਥਰੂ ਤੇ ਆਪਣੇ ਐਕਸਾਈਜ਼ ਇੰਸਪੈਕਟਰ ਦੀ ਹੈਗੀ ਆ ਬਣਨੀ, ਬਟ ਇਹ ਹੈ ਵੀ ਹੁਣ ਵੋਟਾਂ ਦਾ ਟਾਈਮ ਹੈ ਜੀ, 2021 ਦੇ ਵਿੱਚ ਪੋਸਟਾਂ ਆਉਣੀਆਂ ਲਾਜ਼ਮੀ ਨੇ, ਕਿਉਂਕਿ 70-75 ਪੋਸਟਾਂ ਸੈਂਕਸ਼ਨ ਹੋਈਆਂ ਨੇ, ਉੱਪਰੋਂ ਸੈਕਟਰੀਏਟ ਦੇ ਵਿੱਚ ਹਜੇ ਪਾਸ ਨਹੀਂ ਹੋਈਆਂ। ਓਕੇ, ਤਾਂ ਹੋਰ ਕਈ ਪੋਸਟਾਂ ਆ ਚੁੱਕੀਆਂ ਨੇ, ਪੀਐਸਪੀ ਪਟਵਾਰੀ ਤੇ ਨੈਪਚਿਲਾ, ਹੋਰ ਵੀ ਕਈ ਆਉਣ ਵਾਲੀਆਂ ਨੇ। ਤਾਂ ਅਖੀਰ ਦੇ ਵਿੱਚ ਆਪਣੇ ਜੋ ਸਟੂਡੈਂਟ ਹੈ, ਤਾਂ ਮੈਂ ਸਪੈਸ਼ਲੀ ਇੱਥੇ ਚਾਹੁੰਦਾ ਕਿ ਜੋ ਸਟੂਡੈਂਟ ਜੋ ਪਿੰਡਾਂ ਵਾਲਾ ਹੈ, ਜਿਹਦੇ ਕੋਲ ਜ਼ਿਆਦਾ ਉਹਨੂੰ ਗਾਈਡੈਂਸ ਨਹੀਂ ਹੈ, 20-21 ਸਾਲ ਦਾ ਹੈ, ਗ੍ਰੈਜੂਏਸ਼ਨ ਹੋਈ ਹੈ, ਉਹਨੂੰ ਪਤਾ ਨਹੀਂ ਲੱਗ ਰਿਹਾ, ਉਹਦਾ ਕੋਈ ਕਹਿ ਰਿਹਾ ਜੀ ਕਿ ਕਿੱਲਾ ਵੇਚ ਕੇ ਬਾਹਰ ਚੱਲਦੇ ਆ, ਕੋਈ ਕਹਿ ਰਿਹਾ ਜੀ ਤਿਆਰੀ ਕਰਦੇ ਆ ਆਪਾਂ ਵੱਡੇ ਸ਼ਹਿਰ ਜਾ ਕੇ, ਤਾਂ ਉਸ ਬੱਚੇ ਨੂੰ ਕੀ ਗਾਈਡ ਕਰਨਾ ਚਾਹੋਗੇ? ਕੀ ਤੁਹਾਨੂੰ ਲੱਗਦਾ ਹੈ ਕਿ ਉਸ ਲਈ ਕੀ ਸ਼ਬਦ ਹੋਣੇ ਚਾਹੀਦੇ ਨੇ ਤੁਹਾਡੇ? ਦੇਖੋ, ਜਿਹੜਾ ਜਵਾਕ ਤਾਂ ਜਮਾ ਨਵੇਂ ਸਿਰੋਂ ਤਿਆਰੀ ਕਰ ਰਿਹਾ, ਜਿਹੜਾ ਮੰਨ ਲਓ ਹੁਣੀ BA ਕੀਤੀ ਹੈ ਤੇ ਉਹ ਤਿਆਰੀ ਕਰਨ ਲੱਗ ਗਿਆ, ਬੀਟੈਕ ਕੀਤੀ ਤਿਆਰੀ ਕਰਨ ਲੱਗ ਗਿਆ, ਉਹਨੂੰ ਤਾਂ ਸਭ ਤੋਂ ਪਹਿਲਾਂ 2-3 ਮਹੀਨੇ ਲਗਾਤਾਰ ਪਹਿਲਾਂ ਤਾਂ ਉਹ ਇਹ ਦੇਖੇ ਵੀ ਜਿਹੜਾ ਮੈਂ ਮਟੀਰੀਅਲ ਪੜ੍ਹ ਰਿਹਾ ਉਹ ਵੈਲਿਡ ਸੋਰਸ ਹੈਗਾ ਕਿ ਨਹੀਂ ਹੈਗਾ। ਮੈਨੂੰ ਸਾਲ ਤਾਂ ਐਂ ਲੱਗ ਗਿਆ ਸੀਗਾ ਪਤਾ ਕਰਨ ਤੇ ਵੀ ਜਿਹੜਾ ਮੈਂ ਪੜ੍ਹ ਰਿਹਾ ਉਹ ਮੇਰੇ ਪੇਪਰ ਲਈ ਕੰਮ ਆਊਗਾ ਕਿ ਨਹੀਂ ਆਊਗਾ। ਆਪਣੇ ਪੇਪਰ ਦੀ ਡਿਮਾਂਡ ਕੁਛ ਹੋਰ ਹੈ, ਬੱਚਾ ਪੜ੍ਹ ਕੁਛ ਹੋਰ ਰਿਹਾ। ਹਰੇਕ ਬੰਦਾ ਕਹਿ ਦਿੰਦਾ NCERT ਸ਼ੁਰੂ ਕਰ ਦਿਓ, NCERT ਸ਼ੁਰੂ ਕਰ ਦਿਓ, ਨੋ ਡਾਊਟ, ਪਰ ਤੁਸੀਂ ਇਹ ਦੇਖੋ ਵੀ ਤੁਸੀਂ ਪੇਪਰ ਦੇਣਾ ਕਿਹੜਾ, ਸਬਜੈਕਟਿਵ ਪੇਪਰ ਦੇਣਾ, ਆਬਜੈਕਟਿਵ ਪੇਪਰ ਦੇਣਾ, ਸੈਂਟਰ ਗਵਰਨਮੈਂਟ ਦਾ ਦੇਣਾ, ਸਟੇਟ ਗਵਰਨਮੈਂਟ ਦਾ ਦੇਣਾ। ਸਭ ਤੋਂ ਪਹਿਲਾਂ ਤਾਂ ਜਿਹੜਾ ਪੇਪਰ ਦੇਣਾ ਤੁਸੀਂ ਉਸ ਪੈਟਰਨ ਤੇ ਆਏ ਪਿਛਲੇ 5-7 ਸਾਲਾਂ ਦੇ ਪੇਪਰਾਂ ਨੂੰ ਫਰੋਲੋ, ਉਸ
5-7 ਸਾਲਾਂ ਦੇ ਪੇਪਰਾਂ ਨੂੰ ਫਰੋਲ ਕੇ ਤੁਸੀਂ ਐਂ ਦੇਖੋ ਵੀ ਜਿਹੜਾ ਸੋਰਸ ਮੈਂ ਯੂਜ਼ ਕਰੀ ਜਾਂਦਾ ਉਹਦੇ ਵਿੱਚੋਂ ਕੁਝ ਹੈਗਾ ਵੀ ਹੈ ਕਿ ਨਹੀਂ ਹੈਗਾ। ਠੀਕ ਹੈ ਨਾ ਜੀ। ਬਹੁਤ ਸੋਹਣੀ ਗੱਲ ਕਹੀ ਜੀ ਤੁਸੀਂ। ਜਮਾਂ ਨਵੇਂ ਸਿਰੋਂ ਸ਼ੁਰੂ ਕਰ ਰਿਹਾ, ਜਿਵੇਂ ਮੰਨ ਲਓ ਇਸ ਵੇਲੇ ਪਟਵਾਰੀ ਦੇ ਪੇਪਰ ਲਈ ਜਿਹੜਾ ਬੱਚਾ ਨਿਊ ਕਮਰ ਹੈ ਉਹ ਪਟਵਾਰੀ ਦੇ ਪੇਪਰ ਲਈ ਤਿਆਰੀ ਕਰ ਸਕਦਾ। ਕਿਉਂ? ਕਿਉਂਕਿ ਪੋਸਟਾਂ ਜ਼ਿਆਦਾ ਨੇ, ਜੇ ਤੁਹਾਡੀ ਤਿਆਰੀ ਠੀਕ ਠਾਕ ਵੀ ਹੈਗੀ ਤੁਸੀਂ ਕਲੀਅਰ ਕਰ ਸਕਦੇ ਹੋ। ਜਿਹੜਾ ਬੱਚਾ ਨਿਊ ਕਮਰ ਹੈ ਉਹ ਹੁਣੀ ਤੋਂ ਐ ਨਾ ਹੋ ਜੇ ਮੈਂ 10 ਪੋਸਟਾਂ ਵਾਲਾ ਹੀ ਐਗਜ਼ਾਮ ਕੱਢਣਾ, ਕਿਉਂਕਿ ਉਹ ਵਿਚਾਰਾ ਜਦੋਂ ਨਹੀਂ ਕਲੀਅਰ ਹੋਊਗਾ ਫਿਰ ਉਹਨੂੰ ਸਰੈਂਡਰ ਕਰਨ ਵਾਲੀ ਗੱਲ ਹੋ ਜਾਂਦੀ ਹੈ। ਬਿਲਕੁਲ ਸਭ ਤੋਂ ਪਹਿਲਾਂ ਤੁਸੀਂ ਉਹ ਪੇਪਰ ਕਲੀਅਰ ਕਰੋ ਜਿਹਦੀਆਂ ਘੱਟੋ ਘੱਟ ਵਧੀਆ 200-250 ਪੋਸਟਾਂ ਹੈਗੀਆਂ, ਜਿਵੇਂ ਕਿ ਪਟਵਾਰੀ ਵਾਲਾ ਪੇਪਰ। ਪਟਵਾਰੀ ਵਾਲੇ ਪੇਪਰ ਦੇ ਵਿੱਚ ਜਿਹੜੇ ਬੱਚੇ ਤਾਂ ਪੁਰਾਣੇ ਨੇ ਉਹਨਾਂ ਨੂੰ ਤਾਂ ਫੋਕਸ ਕਰਨਾ ਚਾਹੀਦਾ ਐਗਰੀਕਲਚਰ ਦੇ ਕੰਪਿਊਟਰ ਤੇ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਮੈਥ ਰੀਜ਼ਨਿੰਗ ਆਲਮੋਸਟ ਹਰੇਕ ਬੰਦਾ ਕੋਈ 19 ਕਰ ਲੈਂਦਾ, ਕੋਈ 20 ਕਰ ਲੈਂਦਾ, ਕੋਈ 21 ਕਰ ਲੈਂਦਾ, ਕੋਈ ਬਾਹਲਾ ਫਰਕ ਨਹੀਂ ਪਾਉਂਦੀਆਂ। ਬਟ ਜਿਹੜਾ ਐਗਰੀਕਲਚਰ ਦੇ ਕੰਪਿਊਟਰ ਹੈ ਸਾਰੇ ਲਈ ਨਵਾਂ ਹੁੰਦਾ, ਕਿਉਂਕਿ ਇਹ ਕਿਸੇ ਕੋਰਸ ਦੇ ਵਿੱਚ ਨਾ ਤਾਂ ਇਹ BA ਦੇ ਵਿੱਚ ਪੜ੍ਹਾਇਆ ਜਾਂਦਾ ਕਿਤੇ ਵੀ, ਨਾ ਇਹ BTech ਦੇ ਵਿੱਚ ਪੜ੍ਹਾਇਆ ਜਾਂਦਾ, ਨਾ ਇਹ BCom ਦੇ ਵਿੱਚ ਪੜ੍ਹਾਇਆ ਜਾਂਦਾ। ਕੋਈ BSc ਐਗਰੀਕਲਚਰ ਵਾਲਾ ਭਾਵੇਂ ਦੀ ਹੋਵੇ ਜਿਹੜਾ ਬੰਦਾ ਆਪਣਾ ਐਗਰੀਕਲਚਰ ਕਰੇ ਉਹ, ਬਾਕੀ ਜਿਹੜੇ ਮੋਸਟ ਆਫ ਦਾ ਕੇਸਿਸ ਜਿਹੜੇ ਆਪਣੇ ਕੋਰਸ ਹੁੰਦੇ ਨੇ ਪੰਜਾਬ ਦੇ ਵਿੱਚ 90% ਦੇ ਵਿੱਚ ਕੰਪਿਊਟਰ ਤੇ ਆਪਣੇ ਐਗਰੀਕਲਚਰ ਪੜ੍ਹਾਏ ਨਹੀਂ ਜਾਂਦੇ। ਤਾਂ ਤੁਸੀਂ ਐਗਰੀਕਲਚਰ ਨੂੰ ਪੜ੍ਹਨ ਲਈ ਤੁਸੀਂ 9th 10th +1 +2 ਦੀਆਂ ਜਿਹੜੀਆਂ ਲੋਕਲ ਬੋਰਡ ਦੀਆਂ ਕਿਤਾਬਾਂ ਨੇ ਇਹਨਾਂ ਦੇ ਪਿੱਛੇ ਜਿਹੜੇ ਦਿੱਤੇ ਹੁੰਦੇ ਨੇ ਕੁਐਸਚਨ, ਉਹਦੇ ਵਿੱਚ ਫਿਲਿੰਗ ਦੀ ਬਲੈਂਕਸ ਵੀ ਹੁੰਦੇ ਨੇ ਤੇ ਆਪਣੇ ਮਲਟੀਪਲ ਕੁਐਸਚਨ ਵੀ ਹੁੰਦੇ ਨੇ, ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰੋ। ਜਿੰਨੇ ਵਾਰੀ ਵੀ ਪਟਵਾਰੀ ਦਾ ਪੇਪਰ ਆਇਆ 9ਵੀਂ 10ਵੀਂ 11ਵੀਂ 12ਵੀਂ ਦੇ MBD ਦੀਆਂ ਪਿਛਲੀਆਂ ਸੈਕਸ਼ਨਾਂ ਦੇ ਵਿੱਚੋਂ ਹੀ ਪੇਪਰ ਆਇਆ। ਤੁਹਾਨੂੰ ਕੋਈ ਲੋੜ ਨਹੀਂ BSc ਐਗਰੀਕਲਚਰ ਦੀਆਂ ਕਿਤਾਬਾਂ ਪੜ੍ਹਨ ਦੀ, ਕਿਉਂਕਿ ਬੜੀ ਆਪਾਂ ਸੋਹਣੀ ਗੱਲ ਕਹਿ ਰਹੇ ਹੋ ਕਿ ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਪਲੈਨਿੰਗ ਬੈਟਰ ਹੋਣੀ ਚਾਹੀਦੀ ਹੈ। ਜਦੋਂ ਵਧੀਆ ਪਲੈਨਿੰਗ ਹੁੰਦੀ ਹੈ ਤਾਂ ਕੰਮ ਅੱਧਾ ਤਾਂ ਪਹਿਲਾਂ ਹੀ ਹੋ ਜਾਂਦਾ ਜੀ, ਕਿਤਾਬਾਂ ਵਧੀਆ ਹੋਣ। ਲੱਕ ਫੇਵਰਸ ਦੀ ਬਰੇਵ ਜੀ, ਤੁਹਾਡਾ ਹੌਸਲਾ ਵੀ ਹੋਣਾ ਚਾਹੀਦਾ ਤੁਹਾਨੂੰ। ਹਾਂ ਜੀ ਹਾਂ, ਠੀਕ ਹੈ ਜੀ। ਤਾਂ ਬੜੀ ਸੋਹਣੀ ਗੱਲ ਕਹੀ। ਤੇ ਇਹ ਤੁਹਾਨੂੰ ਪਤਾ ਹੈ ਜੀ ਸਕਸੈਸ ਟਰੀ ਪੰਜਾਬ ਅਮਿਤ ਜੀ ਰਾਜ ਮਲਹੋਤਰਾ ਸਰ ਦੀ ਲੀਡਰਸ਼ਿਪ ਦੇ ਵਿੱਚ ਅਸੀਂ ਇਹ ਚਲਾ ਰਹੇ ਸਕਸੈਸ ਟਰੀ ਪੰਜਾਬ। ਤੇ ਇੱਥੇ ਤੁਸੀਂ ਆਏ ਜੀ, ਬਹੁਤ ਬਹੁਤ ਧੰਨਵਾਦ। ਕੁਝ ਕਹਿਣਾ ਚਾਹੋ ਜੀ, ਕਿਉਂਕਿ ਤੁਸੀਂ ਨਜ਼ਦੀਕ ਤੋਂ ਦੇਖਿਆ ਸਾਨੂੰ, ਸਾਡੇ ਟੀਚਰਸ ਨੂੰ ਕੋਈ ਸ਼ਬਦ ਜੋ ਵੀ ਤੁਹਾਨੂੰ ਬਠਿੰਡੇ ਵਾਲੀ ਭਾਸ਼ਾ ਦੇ ਵਿੱਚ ਬਿਲਕੁਲ ਟਰਾਂਸਪੇਰੈਂਟ ਹੋ ਕੇ ਤੁਸੀਂ ਦੱਸਣਾ ਚਾਹੋ, ਕਿਉਂਕਿ ਅਸੀਂ ਚਾਹੁੰਦੇ ਕਿ ਬੱਚਿਆਂ ਨੂੰ। ਹਾਂਜੀ ਹਾਂ, ਮੈਂ ਰਾਜ ਸਰ ਨਾਲ ਇੰਟਰੈਕਸ਼ਨ ਕੀਤੀ ਹੋਈ ਹੈ ਪਹਿਲਾਂ ਵੀ, ਮੈਂ ਉਹਨਾਂ ਦੇ ਅੰਡਰ ਪੜ੍ਹਾਇਆ ਥੋੜੀ ਦੇਰ। ਮਤਲਬ ਸਰ ਬਹੁਤ ਜ਼ਿਆਦਾ ਦਿਲੋਂ ਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਆਪਦਾ ਸਮਝ ਕੇ ਪੜ੍ਹਾਉਂਦੇ ਨੇ। ਤਾਂ ਕਰਕੇ ਕੋਈ ਵੀ ਬੱਚਾ ਜਿਹੜਾ ਨਿਊ ਕਮਰ ਹੈ ਕਿਤੇ ਇੱਧਰ ਉੱਧਰ ਜਾਣ ਨਾਲੋਂ ਇੱਕ ਵਾਰੀ ਜ਼ਰੂਰ ਇਸ ਇੰਸਟੀਚਿਊਟ ਦੇ ਵਿੱਚ ਹਫਤਾ ਆਪਦਾ ਲਗਾ ਕੇ ਦੇਖੇ, ਉਹਨੂੰ ਪਤਾ ਲੱਗ ਜੂ ਬਾਕੀ ਇੰਸਟੀਚਿਊਟਸ ਦਾ ਫਰਕ ਕੀ ਹੈ। ਕਿਉਂਕਿ ਇੱਥੇ ਆਪਾਂ ਸਿਰਫ ਪੜ੍ਹਾਉਣ ਦੇ ਮਾਧਿਅਮ ਨਾਲ ਨਹੀਂ, ਆਪਾਂ ਕੈਰੀਅਰ ਨੂੰ ਓਰੀਐਂਟਡ ਕਰਕੇ ਹੀ ਪੜ੍ਹਾਉਂਦੇ ਹਾਂ। ਤੇ ਆਪਣਾ ਮੋਟਿਵ ਸਿਰਫ ਇੱਥੇ ਕੋਈ ਇਕਨੋਮਿਕਲੀ ਫਾਇਦਾ ਲੈਣਾ ਨਹੀਂ ਹੈਗਾ, ਆਪਾਂ ਸੋਸ਼ਲੀ ਵੀ ਆਪਾਂ ਹਰੇਕ ਬੱਚੇ ਦੀ ਹੈਲਪ ਕਰਦੇ ਹਾਂ। ਹਾਂਜੀ ਠੀਕ ਹੈ ਜੀ। ਤੇ ਅਮਿਤ ਜੀ, ਜੋ ਬੱਚੇ ਜੋ ਤਿਆਰੀ ਕਰ ਰਹੇ ਨੇ, ਠੀਕ ਹੈ, ਇਸ ਸਾਲ ਜਿਨ੍ਹਾਂ ਨੇ ਪੇਪਰਾਂ 'ਚ ਬੈਠਣਾ ਹੈ, ਉਹਨਾਂ ਨੂੰ ਕੋਈ ਅਖੀਰ 'ਚ ਕੋਈ ਸੰਦੇਸ਼ ਦੇਣਾ ਚਾਹੋ, ਛੋਟਾ ਜਿਹਾ ਕੋਈ ਸੰਦੇਸ਼ ਇਹ ਹੈ ਵੀ ਜੇ ਕੋਈ ਵੀ ਬੱਚਾ ਪੇਪਰ ਦੀ ਤਿਆਰੀ ਕਰ ਰਿਹਾ ਜਾਂ ਕਰਨਾ ਸ਼ੁਰੂ ਚਾਹੁੰਦਾ ਹੈ ਤਾਂ ਉਹ ਘੱਟੋ ਘੱਟ ਇਹ ਤਾਂ ਕੰਸਿਸਟੈਂਸੀ ਰੱਖੇ ਭਾਈ, ਵੀ ਜੇ ਮੇਰਾ ਇੱਕ ਅੱਧੀ ਵਾਰ ਪੇਪਰ ਨਹੀਂ ਵੀ ਕਲੀਅਰ ਹੁੰਦਾ ਤਾਂ ਮੈਂ ਸਰੈਂਡਰ ਨਹੀਂ ਕਰਨਾ। ਜੇ ਇਸ ਵਾਰ ਮੇਰਾ ਕੋਈ ਪੇਪਰ ਰਿਹਾ ਤਾਂ ਅਗਲੀ ਵਾਰ ਮੇਰਾ ਉਦੋਂ ਵਧੀਆ ਪੇਪਰ ਕਲੀਅਰ ਹੋਊਗਾ, ਮੇਰਾ ਤਾਂ ਹੀ ਪੇਪਰ ਰਿਹਾ। ਕੰਸਿਸਟੈਂਸੀ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਰੋਜ਼ ਦੀ ਰੋਜ਼ ਤੁਸੀਂ ਕਰੰਟ ਅਫੇਅਰਸ, ਰੋਜ਼ ਦੀ ਰੋਜ਼ ਤੁਸੀਂ ਮਾੜੇ ਮੋਟਾ GK, ਮਾੜਾ ਮੋਟਾ ਮੈਥ ਰੋਜ਼ ਦੀ ਰੋਜ਼ ਤੁਸੀਂ ਕਰੋਗੇ ਤਾਂ ਹੀ ਤੁਹਾਡੀ ਕੰਸਿਸਟੈਂਸੀ ਉਹ ਰੱਖੂਗੀ। ਖੜੇ ਪਾਣੀ ਵਾਂਗੂ, ਜਿਵੇਂ ਖੜੇ ਪਾਣੀ 'ਚ ਬਦਬੂ ਆਉਣ ਲੱਗ ਜਾਂਦੀ, ਉਵੇਂ ਤੁਸੀਂ ਆਪਦੀ ਤਿਆਰੀ ਨੂੰ ਚਲਾ ਹੀ ਰੱਖੋ, ਖੜਾਉਣਾ ਨਹੀਂ ਹੈਗਾ। ਚਾਹੇ ਘੰਟਾ 2 ਘੰਟੇ ਕਿਵੇਂ ਨਾ ਕਿਵੇਂ ਐਨੀ ਹਾਓ ਮੈਨੇਜ ਕਰੋ, ਕਿਵੇਂ ਨਾ ਕਿਵੇਂ ਤੁਸੀਂ ਕੁਛ ਨਾ ਕੁਛ ਪੜ੍ਹਦੇ ਰਹੋ, ਪਰ ਪੜ੍ਹੋ ਉਹ ਚੀਜ਼ ਜਿਹੜੀ ਤੁਹਾਡੇ ਪੇਪਰ ਜਿਹੜਾ ਤੁਸੀਂ ਭਰਿਆ ਉਹਦੇ ਓਰੀਐਂਟੇਸ਼ਨ ਦੇ ਵਿੱਚ ਹੋਵੇ। ਐਂ ਨਾ ਹੋਵੇ ਤੁਹਾਨੂੰ ਜਿਹੜੇ ਪੇਪਰ ਦੇ ਵਿੱਚ ਸਾਇੰਸ ਆਉਣੀ ਨਹੀਂ, ਤੁਸੀਂ ਉਹ ਪੇਪਰ ਪੜ੍ਹ ਰਹੇ ਹੋ। ਹਾਂਜੀ, ਬਹੁਤ ਬਹੁਤ ਸੋਹਣੀ ਗੱਲ ਕਹੀ ਅਮਿਤ ਨੇ। ਤਾਂ ਜੋ ਦੋਸਤੋ ਇਹਦੇ ਵਿੱਚ ਜੋ ਸਭ ਤੋਂ ਵੱਡਾ ਜੋ ਗੱਲ ਨਿਕਲ ਕੇ ਇਹੀ ਆਈ ਹੈ ਕਿ ਕੰਸਿਸਟੈਂਸੀ ਬਣੀ ਰਹੇ ਤਾਂ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਦੁਨੀਆ ਤੇ ਜੋ ਤੁਸੀਂ ਉਸ ਨੂੰ ਹਾਸਲ ਨਹੀਂ ਕਰ ਸਕਦੇ। ਠੀਕ ਹੈ, ਖੜੇ ਪਾਣੀਆਂ ਦੇ ਵਿੱਚ ਸਮੈਲ ਆਉਣ ਲੱਗ ਜਾਂਦੀ ਹੈ, ਬਦਬੂ ਆਉਣ ਲੱਗ ਜਾਂਦੀ ਹੈ, ਤਾਂ ਚੱਲਦੇ ਰਹੀਏ ਤਾਂ ਕਿ ਜੋ ਮੰਜ਼ਿਲ ਹੈ ਕਿਸੇ ਨਾ ਕਿਸੇ ਇੱਕ ਦਿਨ ਸਾਨੂੰ ਜ਼ਰੂਰ ਮਿਲ ਜਾਂਦੀ ਹੈ। ਤਾਂ ਸਕਸੈਸ ਟਰੀ ਪੰਜਾਬ ਇਸੇ ਤਰ੍ਹਾਂ ਤੁਹਾਨੂੰ ਅੱਗੇ ਵੀ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਨਾਲ ਮਿਲਾਉਂਦਾ ਰਹੇਗਾ ਦੋਸਤੋ। ਤੇ ਤੁਸੀਂ ਹਮੇਸ਼ਾ ਜੋ ਆਪਣੇ ਜੋ ਸਵਾਲ ਨੇ, ਠੀਕ ਹੈ, ਜਾਂ ਜੋ ਜਿਸ ਤਰ੍ਹਾਂ ਨਾਲ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਗਾਈਡ ਕੀਤਾ ਜਾਵੇ, ਤੁਸੀਂ ਹਰ ਇੱਕ ਚੀਜ਼ ਸਾਡੇ ਤੋਂ ਪੁੱਛ ਸਕਦੇ ਹੋ। ਤੁਹਾਡੇ ਜੋ ਸਾਰੇ ਸਵਾਲਾਂ ਦੇ ਜਵਾਬ ਨੇ ਸਾਡੇ ਕੋਲ ਨੇ, ਐਂਡ ਇਹਨਾਂ ਜੋ ਨੰਬਰਸ ਦੇ ਉੱਪਰ ਜੋ ਅਸੀਂ ਤੁਹਾਨੂੰ ਫਲੈਸ਼ ਹੋ ਰਹੇ ਨੇ ਇਸ ਸਕਰੀਨ ਦੇ ਉੱਪਰ, ਤੁਸੀਂ ਕਾਲ ਕਰਕੇ ਨਵੇਂ-ਨਵੇਂ ਕੋਰਸਸ ਬਾਰੇ ਵੀ ਜਾਣ ਸਕਦੇ ਹੋ। ਤਾਂ ਬਹੁਤ-ਬਹੁਤ ਧੰਨਵਾਦ ਅਮਿਤ, ਤੇ ਤੁਹਾਡੇ ਨਾਲ ਗੱਲਬਾਤ ਹੈ ਅੱਗੇ ਵੀ ਜਾਰੀ ਰਹੇਗੀ, ਅੱਗੇ ਵੀ ਬੱਚਿਆਂ ਨੂੰ ਤੁਸੀਂ ਇੰਸਪਾਇਰ ਕਰਦੇ ਰਹੋ। ਤੇ ਸਭ ਤੋਂ ਵਧੀਆ ਗੱਲ ਮੈਨੂੰ ਇਹੀ ਲੱਗੀ ਕਿ ਬਿਲਕੁਲ ਦਿਲ ਨਾਲ ਤੁਸੀਂ ਗੱਲਾਂ ਕੀਤੀਆਂ। ਠੀਕ ਹੈ, ਕੋਈ ਇਸ ਤਰ੍ਹਾਂ ਨਹੀਂ ਹੈ ਕਿ ਜੀ ਇੰਸਪੈਕਟਰ ਸਾਹਿਬ ਲੱਗੇ ਹੋਏ ਨੇ ਤੇ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਦੱਸ ਰਹੇ ਨੇ, ਕਿਉਂਕਿ ਜੋ ਪਿੰਡਾਂ ਵਾਲਾ ਜੋ ਜਵਾਕ ਹੈ ਨਾ, ਉਹਨੂੰ ਸਪੈਸ਼ਲੀ ਵਧੀਆ ਲੱਗਦਾ ਹੈ ਕਿ ਸਾਡੇ ਵਰਗੇ ਲੋਕ ਉੱਪਰ ਜਾ ਸਕਦੇ ਨੇ, ਸਾਡੇ ਵਰਗੇ ਲੋਕ ਤਰੱਕੀ ਕਰ ਸਕਦੇ ਨੇ। ਨਾਲੇ ਆਪਾਂ ਨੂੰ ਇਹ ਹੁੰਦਾ ਜੀ ਵੀ ਜਿਹੜੀ ਗਲਤੀ ਆਪਾਂ ਕੀਤੀ ਆ ਆਪਣਾ ਕੋਈ ਹੋਰ ਬੰਦਾ ਨਾ ਕਰੇ। ਹਾਂ, ਸਭ ਤੋਂ ਵਧੀਆ ਗੱਲ ਹੈ ਜੀ। ਤੇ ਬਹੁਤ ਬਹੁਤ ਧੰਨਵਾਦ ਜੀ।
ਤੇ Thank you. ਸਟੂਡੈਂਟਸ ਹਮੇਸ਼ਾ ਪੜ੍ਹਦੇ ਰਹੋ ਅਤੇ ਮੋਟੀਵੇਟ ਰਹੋ ਤਾਂ ਕਿ ਤੁਸੀਂ ਆਪਣੀ ਲਾਈਫ ਨੂੰ, ਤੁਸੀਂ ਆਪਣੀ ਜੋ ਘਰਦਿਆਂ ਦੀ ਜੋ ਲਾਈਫ ਨੂੰ, ਫੈਮਿਲੀ ਨੂੰ ਹੋਰ ਬੈਟਰ ਹੈ, ਹੋਰ ਲਾਈਫ ਨੂੰ ਹੋਰ ਬੈਟਰ ਹੈ, ਹੋਰ ਸਟੈਂਡਰਡਾਈਜ਼ ਹੈ ਬਣਾ ਸਕੋ। ਬਹੁਤ ਬਹੁਤ ਧੰਨਵਾਦ। ਥੈਂਕ ਯੂ।